ਕੱਲ੍ਹ ਆਪਾਂ ਪੜ੍ਹੇ ਸੀ ਕਿ ਜਿਹੜੀ ਅੰਡਰਰਾਈਟਿੰਗ ਕੀ ਆ, ਅੰਡਰਰਾਈਟਰਸ ਕੌਣ ਨੇ ਅਤੇ ਇਹਦੀ ਲੋੜ ਕਿਉਂ ਪਈ। ਅੱਜ ਆਪਾਂ ਪੜ੍ਹਾਂਗੇ ਟਾਈਪਸ ਆਫ ਅੰਡਰਰਾਈਟਿੰਗ। ਟਾਈਪਸ ਆਫ ਅੰਡਰਰਾਈਟਿੰਗ ਮੀਨਸ ਕਿੰਨੀ ਤਰ੍ਹਾਂ ਦੇ ਅੰਡਰਰਾਈਟਿੰਗ ਦੇ ਕੌਂਟਰੈਕਟ ਆ ਜਿਹੜੇ ਹੋ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਉਹਨੇ ਕੀ ਕਿਹਾ ਹੈ, ਕੰਪਲੀਟ ਅੰਡਰਰਾਈਟਿੰਗ। ਕੰਪਲੀਟ ਅੰਡਰਰਾਈਟਿੰਗ ਦਾ ਮਤਲਬ ਕੀ ਆ ਕਿ ਜਿੰਨੇ ਵੀ ਕੰਪਨੀ ਸ਼ੇਅਰ ਇਸ਼ੂ ਕਰ ਰਹੀ, ਮਤਲਬ ਉਹਨੇ 1000 ਇਸ਼ੂ ਕਰੇ ਤਾਂ ਇੱਕ ਹੀ ਪਰਸਨ ਉਹ ਸਾਰੇ ਦੇ ਸਾਰੇ ਸ਼ੇਅਰ ਕੀ ਕਰੂਗਾ, ਅੰਡਰਰਾਈਟ। ਠੀਕ ਹੈ, ਜ਼ਰੂਰੀ ਨਹੀਂ ਕਿ ਇੱਕ ਕਰੇ, ਇੱਕ ਤੋਂ ਜ਼ਿਆਦਾ ਵੀ ਕਰ ਸਕਦੇ, ਇੱਕ ਇੰਸਟੀਟਿਊਸ਼ਨ ਵੀ ਕਰ ਸਕਦੇ, ਮਤਲਬ ਕੰਪਲੀਟ ਅੰਡਰਰਾਈਟਿੰਗ ਹੋਊਗੀ। ਇਹ ਨਹੀਂ ਕਿ ਮਤਲਬ 500 ਸ਼ੇਅਰ ਅੰਡਰਰਾਈਟ ਕਰਦੇ ਜਾਂ 600 ਕਰਦੇ, ਜਿੰਨੇ ਸ਼ੇਅਰ ਕੰਪਨੀ ਨੇ ਇਸ਼ੂ ਕੀਤੇ ਆ। ਜਦੋਂ ਕੋਈ ਪਰਸਨ, ਕੋਈ ਇੰਸਟੀਟਿਊਸ਼ਨ ਜਾਂ ਨੰਬਰ ਆਫ ਇੰਸਟੀਟਿਊਸ਼ਨਸ ਜਾਂ ਨੰਬਰ ਆਫ ਪਰਸਨਸ ਉਸ 1000 ਦੇ 1000 ਸ਼ੇਅਰਸ ਨੂੰ ਅੰਡਰਰਾਈਟ ਕਰ ਦੇਣ, ਉਹਨੂੰ ਕਹਿੰਦੇ ਕੰਪਲੀਟ ਅੰਡਰਰਾਈਟਿੰਗ। ਉਸ ਤੋਂ ਬਾਅਦ ਆ ਗਿਆ ਪਾਰਸ਼ਲ ਅੰਡਰਰਾਈਟਿੰਗ। ਪਾਰਸ਼ਲ ਅੰਡਰਰਾਈਟਿੰਗ 'ਚ ਕੀ ਹੈ, ਪਾਰਟ ਆਫ ਦ ਸ਼ੇਅਰ, ਮਤਲਬ ਕਿ ਅਗਰ ਉਹਨੇ 1000 ਸ਼ੇਅਰ ਅੰਡਰਰਾਈਟ ਕੀਤੇ ਆ, 1000 ਸ਼ੇਅਰ ਇਸ਼ੂ ਕੀਤੇ ਤਾਂ ਉਹਦੇ 'ਚ ਉਹਨੇ 500 ਸ਼ੇਅਰ ਅੰਡਰਰਾਈਟ ਕਰਾ ਲਏ, 600 ਸ਼ੇਅਰ ਅੰਡਰਰਾਈਟ ਕਰਾ ਲਏ, 700 ਸ਼ੇਅਰ ਅੰਡਰਰਾਈਟ ਕਰਾ ਲਏ, ਮਤਲਬ ਕੁਛ ਹਿੱਸਾ ਸ਼ੇਅਰ ਦਾ ਜਾਂ ਡਿਬੈਂਚਰ ਦਾ ਅੰਡਰਰਾਈਟ ਕਰਾ ਲਿਆ, ਉਹਨੂੰ ਕੀ ਕਹਿੰਦੇ ਆ, ਪਾਰਸ਼ਲ ਅੰਡਰਰਾਈਟਿੰਗ। ਇਹਦੇ ਵਿੱਚ ਸਾਰੇ ਸ਼ੇਅਰ ਅੰਡਰਰਾਈਟ ਨਹੀਂ ਕੀਤੇ ਜਾਂਦੇ। ਫਰਮ ਅੰਡਰਰਾਈਟਿੰਗ ਦਾ ਮਤਲਬ ਕੀ ਆ, ਇਹ ਕੰਸੈਪਟ ਧਿਆਨ ਨਾਲ ਸੁਣ ਲਿਓ ਕਿਉਂਕਿ ਅੱਗੇ ਜਾ ਕੇ ਜਿਹੜੇ ਪ੍ਰੈਕਟੀਕਲਸ ਨੇ ਉਹ 'ਚ ਫਰਮ ਅੰਡਰਰਾਈਟਿੰਗ ਹਨ, ਫਰਮ ਅੰਡਰਰਾਈਟਿੰਗ ਕੰਸੈਪਟ ਆ ਰਹੇ ਆ। ਫਰਮ ਅੰਡਰਰਾਈਟਿੰਗ ਦਾ ਮਤਲਬ ਕੀ ਹੈ ਕਿ ਜਦੋਂ ਕੋਈ ਅੰਡਰਰਾਈਟਰ ਅਗਰੀ ਕਰ ਲੈਂਦਾ ਕਿ ਉਹ ਡੈਫੀਨੇਟਲੀ ਬਾਏ ਕਰੂਗਾ ਨੰਬਰ ਆਫ ਸ਼ੇਅਰ ਐਂਡ ਡਿਬੈਂਚਰ ਇਨ ਐਡੀਸ਼ਨ ਟੂ ਦ ਸ਼ੇਅਰ ਐਂਡ ਡਿਬੈਂਚਰ ਹੈਜ਼ ਟੂ ਟੇਕ ਅੰਡਰ ਦ ਅੰਡਰਰਾਈਟਿੰਗ ਐਗਰੀਮੈਂਟ। ਹੁਣ ਸਪੋਜ਼ ਕਿ ਕਿਸ ਕੰਪਨੀ ਨੇ ਇਸ਼ੂ ਕਿੰਨੇ ਕੀਤੇ ਆ, 1000 ਸ਼ੇਅਰ, ਮਿਨੀਮਮ ਸਬਸਕ੍ਰਿਪਸ਼ਨ ਕਿੰਨੇ ਦੀ ਹੈ, 900 ਦੀ। ਕੰਪਨੀ ਦੇ ਸ਼ੇਅਰ ਪਬਲਿਕ ਨੇ ਕਿੰਨੇ ਸਬਸਕ੍ਰਾਈਬ ਕਰੇ, 700। 200 ਸ਼ੇਅਰ ਤਾਂ ਉਹਨੂੰ ਪਰਚੇਜ਼ ਕਰਨੇ ਹੀ ਪੈਣੇ ਕਿਉਂਕਿ ਅੰਡਰਰਾਈਟਰ ਉਹਨੇ ਗਰੰਟੀ ਦਿੱਤੀ ਕਿ ਮਿਨੀਮਮ ਸਬਸਕ੍ਰਿਪਸ਼ਨ ਦੀ ਅਗਰ ਨਹੀਂ ਹੋਈ ਤਾਂ ਮਿਨੀਮਮ ਜਿੰਨੀ ਵੀ ਸਬਸਕ੍ਰਿਪਸ਼ਨ ਚਾਹੀਦੀ ਹੈ ਉਹ ਬਾਕੀ ਦੇ ਸ਼ੇਅਰ ਕੌਣ ਬਾਏ ਕਰੂਗਾ, ਅੰਡਰਰਾਈਟਰ। ਤਾਂ 200 ਸ਼ੇਅਰ ਤਾਂ ਉਹਨੇ ਬਾਏ ਕਰਨੇ ਹੀ ਕਰਨੇ। ਇਨ ਐਡੀਸ਼ਨ ਟੂ ਦ ਸ਼ੇਅਰ ਐਂਡ ਡਿਬੈਂਚਰ ਹੈਜ਼ ਟੂ ਟੇਕ ਮਤਲਬ ਆਹ 200 ਸ਼ੇਅਰ ਜਿਹੜੇ ਉਹਨੂੰ ਲੈਣੇ ਹੀ ਪੈਣੇ ਆ। ਉਹ ਤੋਂ ਬਿਨਾਂ ਕੁਛ ਸ਼ੇਅਰ ਉਹ ਕਹਿੰਦਾ ਆ ਕਿ ਮਿਨੀਮਮ ਸਬਸਕ੍ਰਿਪਸ਼ਨ ਦੀ ਰਿਕੁਆਇਰਮੈਂਟ ਤੋਂ ਬਿਨਾਂ ਹੋਰ ਇੰਨੇ ਸ਼ੇਅਰ ਮੈਂ ਖੁਦ ਪਰਚੇਸ ਕਰੂੰਗਾ ਹੀ ਕਰੂੰਗਾ। ਮਤਲਬ ਉਹਨੇ ਕਹਿਤਾ ਕਿ ਇੱਕ ਤਾਂ ਮਿਨੀਮਮ ਸਬਸਕ੍ਰਿਪਸ਼ਨ ਪੂਰੀ ਕਰੂੰਗਾ ਅਤੇ ਪਲੱਸ 100 ਸ਼ੇਅਰ ਐਕਸਟਰਾ ਮੈਂ ਤੁਹਾਡੇ ਪਰਚੇਸ ਕਰੂੰਗਾ। ਠੀਕ ਆ। ਫਰਮ ਅੰਡਰਰਾਈਟਿੰਗ ਮੀਨਸ ਵੈਨ ਐਨ ਅੰਡਰਰਾਈਟਰ ਐਗਰੀਜ਼ ਟੂ ਬਾਏ ਡਿਫਾਈਨਡ ਨੰਬਰ ਆਫ ਸ਼ੇਅਰ ਐਂਡ ਡਿਬੈਂਚਰ। ਕੁਝ ਸਪੈਸੀਫਿਕ ਨੰਬਰ ਆਫ ਸ਼ੇਅਰ ਐਂਡ ਡਿਬੈਂਚਰ ਜਿਹੜੇ ਪਰਚੇਸ ਕਰੂਗਾ ਹੀ ਕਰੂਗਾ, ਚਾਹੇ ਮਿਨੀਮਮ ਸਬਸਕ੍ਰਿਪਸ਼ਨ ਹੋਵੇ ਚਾਹੇ ਨਾ ਹੋਵੇ। ਇਨ ਐਡੀਸ਼ਨ ਟੂ ਦ ਮਿਨੀਮਮ ਸਬਸਕ੍ਰਿਪਸ਼ਨ ਪਰਚੇਸ ਕਰੋ। ਮਿਨੀਮਮ ਸਬਸਕ੍ਰਿਪਸ਼ਨ ਇਸ ਐਗਜ਼ਾਮਪਲ 'ਚ ਆਪਣੇ ਕੀ 200 ਨੇ ਬਾਏ ਕਰਨਾ ਹੀ ਕਰਨਾ, ਪਲੱਸ ਉਹਨੇ 100 ਦੀ ਕਿਹਾ ਸੀ ਗਰੰਟੀ ਦਿੱਤੀ ਸੀ ਕਿ 100 ਮੈਂ ਹੋਰ ਪਰਚੇਸ ਕਰਨਾ, ਯਾਨੀ ਕਿ ਟੋਟਲ ਉਹਨੂੰ 300 ਸ਼ੇਅਰ ਕੀ ਕਰਨੇ ਪੈਣਗੇ, ਪਰਚੇਸ। ਹੁਣ ਇਸ ਫਰਮ ਅੰਡਰਰਾਈਟਿੰਗ ਦਾ ਕੀ ਹੁੰਦਾ ਕਿ ਬਾਈ ਚਾਂਸ ਕਿ ਸ਼ੇਅਰ ਓਵਰ ਸਬਸਕ੍ਰਾਈਬ ਹੋ ਗਏ ਪਬਲਿਕ ਦੇ, ਮਤਲਬ ਉਹਨੇ 1000 ਇਸ਼ੂ ਕੀਤੇ ਸੀ, 1100 ਐਪਲੀਕੇਸ਼ਨ ਆ ਗਈਆਂ ਤਾਂ 100 ਸ਼ੇਅਰ ਜਿਹੜੇ ਆ ਉਹ ਅੰਡਰਰਾਈਟਰ ਨੂੰ ਮਿਲਣਗੇ ਹੀ ਮਿਲਣਗੇ। ਇਹ 'ਚ ਅਗਲੀ ਲਾਈਨ 'ਚ ਇਹ ਲਿਖਿਆ ਹੈ, ਇਨ ਕੇਸ ਫਰਮ ਅੰਡਰਰਾਈਟਰ ਗੈਟ ਪ੍ਰਾਇਓਰਿਟੀ ਓਵਰ ਦਾ ਜਨਰਲ ਪਬਲਿਕ ਤੋਂ ਪਹਿਲਾਂ ਪ੍ਰਾਇਓਰਿਟੀ ਕਿਹਨੂੰ ਦਿੱਤੀ ਜਾਊਗੀ, ਅੰਡਰਰਾਈਟਰ ਨੂੰ, ਅਗਰ ਸ਼ੇਅਰ ਕੀ ਆ ਓਵਰ ਸਬਸਕ੍ਰਾਈਬ ਤਾਂ। ਠੀਕ ਹੈ, ਤਾਂ 100 ਸ਼ੇਅਰ ਜਿਹੜੇ ਪਹਿਲਾਂ ਉਹ ਅੰਡਰਰਾਈਟਰ ਨੂੰ ਦੇਣਗੇ, ਉਸ ਤੋਂ ਬਾਅਦ ਜਿਹੜੇ ਬਾਕੀ ਸ਼ੇਅਰ ਬਚ ਗਏ ਉਹ ਪ੍ਰੋਰੇਟਾ ਬੇਸ 'ਤੇ ਅਲਾਟਮੈਂਟ ਕਰਨ ਜਾਂ ਵਾਪਸ ਕਰਨੇ, ਕੁਛ ਸ਼ੇਅਰ ਵਾਪਸ ਕਰਨ, ਉਹ ਆਪਾਂ ਸ਼ੇਅਰ ਕੈਪੀਟਲ 'ਚ ਪੜ੍ਹ ਚੁੱਕੇ ਆ, ਉਹ ਉਹਨਾਂ ਦੀ ਇੱਛਾ ਹੈ। ਉਸ ਤੋਂ ਬਾਅਦ ਪਾਰਸ਼ਲ ਅੰਡਰਰਾਈਟਿੰਗ ਮੀਨਸ ਅਤੇ ਫਰਮ ਅੰਡਰਰਾਈਟਿੰਗ, ਯਾਨੀ ਕਿ ਪਾਰਟ 2 ਅਤੇ ਪਾਰਟ 3 ਦਾ ਕੀ ਹੈ ਜੋੜ। 1000 ਸ਼ੇਅਰ ਕੰਪਨੀ ਨੇ ਇਸ਼ੂ ਕੀਤੇ ਸੀ, ਉਹ 'ਚ ਉਹਨੇ ਸਿਰਫ 500 ਦੀ ਅੰਡਰਰਾਈਟਿੰਗ ਕਰਾਈ ਅਤੇ 500 ਦੀ ਅੰਡਰਰਾਈਟਿੰਗ ਦੇ ਨਾਲ ਫਰਮ ਅੰਡਰਰਾਈਟਿੰਗ ਵੀ ਹੈ। ਮਤਲਬ ਉਸ ਪਰਸਨ ਨੇ ਕਹਿਤਾ ਕਿ ਮੈਂ 500 ਸ਼ੇਅਰ ਤੁਹਾਡੇ ਆ ਜਿਹੜੇ ਉਹਨਾਂ ਦੀ ਮਿਨੀਮਮ ਸਬਸਕ੍ਰਿਪਸ਼ਨ ਦੀ ਗਰੰਟੀ ਲੈਣਾ, ਪਲੱਸ 50 ਸ਼ੇਅਰ ਮੈਂ ਤੁਹਾਡੇ ਹੋਰ ਪਰਚੇਸ ਕਰੂੰਗਾ, ਉਹਨੂੰ ਕਹਿੰਦੇ ਪਾਰਸ਼ਲ ਅੰਡਰਰਾਈਟਿੰਗ ਵਿਦ ਫਰਮ ਅੰਡਰਰਾਈਟਿੰਗ। ਠੀਕ ਹੈ, ਸਮਝ ਲੱਗ ਗਿਆ। ਜਦੋਂ ਇੱਕ ਗਰੰਟੀ ਵਾਲੇ ਸ਼ੇਅਰ ਵੀ ਪਰਚੇਸ ਕਰੂਗਾ ਅਤੇ ਨਾਲ ਦੀ ਨਾਲ ਮਿਨੀਮਮ ਸਬਸਕ੍ਰਿਪਸ਼ਨ ਦੇ ਸ਼ੇਅਰ ਵੀ ਉਹ ਪਰਚੇਸ ਕਰੂਗਾ, ਅਗਰ ਬਾਈ ਚਾਂਸ ਉਹ ਮਿਨੀਮਮ ਸਬਸਕ੍ਰਿਪਸ਼ਨ ਮਾਰਕੀਟ ਦੇ ਵਿੱਚ ਅਚੀਵ ਨਹੀਂ ਹੁੰਦੀ ਤਾਂ। ਸਿੰਡੀਕੇਟ ਅੰਡਰਰਾਈਟਿੰਗ ਕੀ ਹੁੰਦਾ, ਸਿੰਡੀਕੇਟ ਦਾ ਮਤਲਬ ਹੁੰਦਾ ਇੱਕ ਤੋਂ ਜ਼ਿਆਦਾ ਏਜੰਸੀਆਂ। ਜਦੋਂ ਕੰਪਨੀ ਦੇ ਸ਼ੇਅਰ 2 ਜਾਂ 2 ਤੋਂ ਜ਼ਿਆਦਾ ਏਜੰਸੀਆਂ ਅੰਡਰਰਾਈਟ ਕਰਦੀਆਂ ਨੇ ਇਕੱਠੀਆਂ ਮਿਲ ਕੇ, ਤਾਂ ਉਹਨੂੰ ਕਹਿੰਦੇ ਸਿੰਡੀਕੇਟ। ਕਿਉਂ? ਕਿਉਂਕਿ ਉਸ ਅੰਡਰਰਾਈਟਿੰਗ ਦੀ ਜਿਹੜੀ ਕੋਸਟ, ਮਤਲਬ ਉਸ ਜਿੰਨੇ ਵੀ ਨੰਬਰ ਆਫ ਸ਼ੇਅਰ ਇਸ਼ੂ ਕੀਤੇ ਹੁੰਦੇ ਆ ਉਹ ਇੱਕ ਪਰਸਨ ਉਹਦੇ ਰਿਸਕ ਨੂੰ ਬੇਅਰ ਨਹੀਂ ਕਰ ਸਕਦਾ। ਮਤਲਬ ਕਿਸੇ ਨੇ 2 ਕਰੋੜ ਦੇ ਸ਼ੇਅਰ ਇਸ਼ੂ ਕਰਤੇ, 3 ਕਰੋੜ ਦੇ ਸ਼ੇਅਰ ਇਸ਼ੂ ਕਰਤੇ, ਹੁਣ ਜਿਸ ਪਰਸਨ ਕੋਲ ਕੰਪਨੀ ਅੰਡਰਰਾਈਟ ਕਰਾਉਣ ਲਈ ਗਈ ਆ ਉਹਦੀ ਕਪੈਸਿਟੀ ਇੰਨੀ ਨਹੀਂ ਆ, ਉਹ ਇੰਨਾ ਰਿਸਕ ਨਹੀਂ ਲੈ ਸਕਦਾ, ਤਾਂ ਉਹਨੇ ਕੀ ਕੀਤਾ, ਇੱਕ ਪਰਸਨ ਨੂੰ ਹੋਰ ਨਾਲ ਐਡ ਕਰ ਲਿਆ, ਜਾਂ ਕੰਪਨੀ ਨੂੰ ਕਹਿਤਾ ਕਿ ਮੈਂ ਇਕੱਲਾ ਇੰਨਾ ਰਿਸਕ ਨਹੀਂ ਬੇਅਰ ਕਰ ਸਕਦਾ, ਤੁਸੀਂ ਇੱਕ ਪਰਸਨ ਹੋਰ ਫਾਈਂਡ ਕਰ ਲਓ, ਇੱਕ ਹੋਰ ਏਜੰਸੀ ਫਾਈਂਡ ਕਰ ਲਓ। ਜਾਂ ਜਦੋਂ ਕਿਸੇ ਕੰਪਨੀ ਦੇ ਸ਼ੇਅਰ 2 ਜਾਂ 3 ਬੰਦੇ ਰਲ ਕੇ ਅੰਡਰਰਾਈਟ ਕਰਦੇ ਆ, ਉਹਨੂੰ ਕਹਿੰਦੇ ਸਿੰਡੀਕੇਟ ਅੰਡਰਰਾਈਟਿੰਗ। ਠੀਕ ਆ। ਸਬ ਅੰਡਰਰਾਈਟਿੰਗ ਕੀ ਹੈ, ਇਹਦੇ 'ਚ ਕੀ ਹੁੰਦਾ ਕਿ ਇੱਕ ਕੰਪਨੀ ਆ, ਕੰਪਨੀ ਨੇ ਕਿਸੇ ਬੰਦੇ ਨੂੰ ਕਹਿਤਾ ਅਤੇ ਉਸ ਬੰਦੇ ਨੂੰ ਉਸ ਕੰਪਨੀ ਦੇ ਸ਼ੇਅਰ ਕੀ ਕਰ ਰਹੇ, ਅੰਡਰਰਾਈਟ, ਪਰ ਉਹਨੂੰ ਕੁਛ ਟਾਈਮ ਬਦਲ ਗਿਆ ਕਿ ਇਹ ਸਾਰੇ ਦਾ ਜਿਹੜਾ ਰਿਸਕ ਆ ਮੈਂ ਬੇਅਰ ਨਹੀਂ ਕਰ ਪਾਊਂਗਾ, ਤਾਂ ਉਹ ਕੁਛ ਹਿੱਸਾ ਜਿਹੜਾ ਅੱਗੇ ਕਿਸੇ ਹੋਰ ਪਰਸਨ ਕੋਲੋਂ ਅੰਡਰਰਾਈਟ ਕਰਾ ਲੈਂਦਾ, ਉਹਨੂੰ ਕੀ ਕਹਿੰਦੇ ਆ,
सब अंडरराइटर। ठीक है, सपोज ए कंपनी है, उन्हें 1000 शेयर इशू किए तो बी ने अंडरराइट करते 1000 शेयर। उस बाद बी सी को चले गया, कहता मैं 1000 शेयर की जी अंडरराइटिंग आ वह रिस्क बेयर नहीं कर सकता, तू चो 500 शेयर की अंडरराइटिंग तू कर ला। तो यदा मतलब कुछ शेयर मिनिमम सबसक्रिप्शन च परचेज करूँगा, कुछ शेयर ये परचेज करूँगा, इन्हें कहते सब अंडर। ठीक है, इतने तक जो थोड़ा टाइप्स ऑफ अंडरराइटिंग का कंसैप्ट आ वो पूरा है। तो उस तो बाद उन्हें कहा कि जी टाइप्स ऑफ अंडरराइटर की जी अप्रोच आ वो डिफर करती है, मतलब कि किस वे नाल अंडरराइटिंग नूं अडोप्ट करते हैं, वो की करते हैं डिफर। हम जो डिवेलपमेंट बैंक ने वो देखते हैं कि असीं उस कंपनी के शेयर अंडरराइट करने हैं जी लॉन्ग टर्म मार्केट च सर्वाइव कर सकती है। ठीक है, तो प्रॉफिटेबिलिटी का सैकेंड ऑप्शन होंगी। जी इंस्टीट्यूशन इन्वैसटर्स ने वो मोस्टली इन्वैसटमेंट परपस नाल करता है कि सानू रेगुलर अर्निंग कितनी आऊगी। जोड़े फाइनैशियल डिवेलपमेंट कारपोरेशनस ने वो अपनी इन्वैसटमेंट या एक ऑबजैक्टिव जिस परपस नाल वो उस शेयर अंडरराइट करना चाहते वो परपस नूं ध्यान नाल देखते हैं, तो वो अकॉर्डिंग ही करते हैं अंडरराइट। इस तो बाद आ गया अपने को इन्वैसटमेंट या इंश्योरेंस बैंकिंग स्टॉक ब्रोकर। ये भी की करते लॉन्ग टर्म प्रॉफिटेबिलिटी नहीं देखते, शॉर्ट टर्म देखते कि शॉर्ट टर्म साडा बेनीफिट करूगा कि नहीं। ठीक है, ये बेसिकली टाइप ऑफ अंडरराइटिंग के कोई छोटा जिहा कंसैप्ट सीगा, बट ये टाइप ऑफ अंडरराइटिंग नहीं है। उस बाद कहता जे किसी भी परसन ने एज अ अंडरराइटर काम करना तो उन्हें सर्टिफिकेट ऑफ रजिस्ट्रेशन लेना पऊगा कि तो सैबी तो ये सैबी के रूल 1993 वाले लगते सी, हुण वो अमेंड होकर किहड़े हो गए 2007 वाले। ठीक है, उस बाद नैक्सट टॉपिक अपने को की ऑबलीगेशनस ते रिस्पोंसिबिलिटीज़ की है अंडरराइटर दे, मतलब जो भी कोई परसन किसी के शेयर अंडरराइट करूगा तो उन्हें किहड़ियां जिम्मेवारियां निभानी। सब तो पहला तो उन्हें कोड ऑफ कंडक्ट मतलब बिहेवियर रूल्स एंड रेगुलेशन फॉलो करने। वो किहड़े आ कि उन्हें ऑनैस्टी करनी है, डिगनिटी करनी है, फेयरनैस रखनी है अपने डील च, कोई भी ऐसी मिस रिप्रजेंटेशन या गलत इन्फॉर्मेशन नहीं देनी जिहड़ी उहदी इमेज नूं या कंपनी की इमेज नूं की करूगी। हाँ, दूजा पॉइंट की है एवरी अंडरराइटर हैज़ टू एंटर इनटू द एग्रीमेंट जिहड़ा इशूइंग कंपनी नाल करूगा, तो उहदे विच की होना चाहिए कि किन्ने पीरियड लई एग्रीमेंट होऊगा, किन्नी अंडरराइटिंग की ऑबलीगेशन मतलब लायबिलिटी है, किन्नी अमाउंट दी वो अंडरराइटिंग कर रहा, मतलब ये जे 1000 शेयर इशू किए एक दी कॉस्ट ने 100 तो लाख रुपये की है ऑबलीगेशन। ठीक है, द पीरियड विद इन विच किस पीरियड के विच उस अंडरराइटर ने शेयर सबसक्राइब करने हैं जदों एक इशूअर उन्हें इनफॉर्म कर दिंदा कि मिनिमम सबसक्रिप्शन नहीं हुई, फिर कितना कमीशन मिलूगा अंडरराइटर नूं। ठीक है, और जिन्ना भी एग्रीमेंट है उसकी डिटेल होनी चाहिए है। उस बाद कोई भी अंडरराइटर कमीशन तो बिना कोई भी होर तरह का डायरैक्ट इनडायरैक्ट बेनीफिट नहीं लऊगा। ठीक है, तो जो अंडरराइटर आ उन्हें 45 डेज़ के जो उन्हें इंटीमेट होगा कि मैंने सबसक्रिप्शन नहीं उन्हें शेयर की करने हैं परचेज, अपने बुक्स ऑफ रिकॉर्ड प्रॉपर मेनटेन करने, एक ऑफिसर अपॉइंट करना जिसका मेन काम की होगा ये चैक करना कि जिन्ने रूल्स एंड रेगुलेशन सेंटर गवर्नमेंट के फॉलो हो रहे नहीं हो रहे, तो इन्वैसटर दी जी ग्रीवेंसिस ने उन्होंने करना है 100। 6वां पॉइंट की कहता कि जिन्नी भी इन्फॉर्मेशन आ वो बोर्ड ने जो भी मंगनी उदों इन्फॉर्मेशन उन्हें सबमिट करनी है, कॉरपोरेट पॉलिसीज़ नूं फॉलो करना है, तो इंश्योर करना है कि जो रिसोर्सिज आ उन्होंने इंटैलीजेंटली यूज़ करे, अपने पॉलिसीज़ नूं अपने परसन नूं प्रॉपरली सुपरवाइज़ करे, कोई भी ऐसी चीज़ ना करे जिन्हें मार्केट के फॉल्स इन्फॉर्मेशन दी जाए, प्राइस की मतलब मैनीपुलेशन का मतलब कहते चेंजिस ना करें, कोई अनपब्लिश इन्फॉर्मेशन जिहदे प्राइस सेंसिटिव इन्फॉर्मेशन ना वो मार्केट इन्फॉर्म ना करे, उहदियां की ने रिस्पोंसिबिलिटीज़ ने। फंक्शनस भी जिहड़े अंडरराइटिंग दे ने बहुत ईजी ने। सब तो पहला की है कि वो कंपनी का बर्डन रिलीव कर दिंदा है। किहड़ा बर्डन? मार्केटिंग च रिस्क, किहड़ा रिस्क कि मिनिमम सबसक्रिप्शन नहीं होगी उसकी अनसर्टनिटी खत्म करती, क्योंकि उन्होंने पता कि अगर मिनिमम सबसक्रिप्शन नहीं हुई तो अंडरराइटर ने परचेज कर ही लेना, तो ऑबवियसली उन्होंने जोड़ा पैसा वापस करने की लोड़ नहीं है। तो दूजा जोड़ा अंडरराइटर उन्होंने मार्केट की नॉलेज होंगी है, तो अपनी जी एडवाइस आ कंपनी को दे सकता कि थोड़ा प्राइस कितना होना चाहिए, थोड़ा प्रस्पैक्टस कदों इशू करना चाहिए, कदों सिक्योरिटीज़ इशू करनियाँ चाहिए ने, ये बारे इन्फॉर्मेशन अंडरराइटर बैटर दे सकता है। ये मोस्टली जी नवीं एंटरप्राइजिज आ उन्होंने हैल्प करता है पैसा रेज करने, तो जी ऑलरेडी कंपनियां ने उन्होंने एक्सपेंशन भी हैल्प करता है। तो इन्वैसटर का कॉन्फिडेंस बूस्ट होंदा है, क्यों? क्योंकि जो उन्होंने पता लगता कि किसी वैल नोन परसन ने इस कंपनी के शेयर अंडरराइट किए, तो उन्होंने पता होंदा कि जो बंदा अंडरराइट करता तो कंपनी की फाइनैशियल पोजीशन चैक करके ही अंडरराइट करता है। तो इस बेस जो इन्वैसटर का कॉन्फिडेंस वो बूस्ट हो जाता, तो लोग जो शेयर परचेज कर लेंगे ने, यानी कि इन्वैसट अंडरराइटर की रैपूटेशन का फायदा कंपनी को भी हो जाता है। इशूइंग कंपनी को गारंटी होंदी है कि पैसा मिलेगा ही मिलेगा, चाहे
ਮਤਲਬ ਲੋਕ ਦੇਣ ਜਾਂ ਅੰਡਰਰਾਈਟਰ। ਇਹਦੇ ਨਾਲ ਜਿਓਗ੍ਰਾਫੀਕਲ ਡਿਸਪਰਜ਼ਲ ਦਾ ਮਤਲਬ ਹੁੰਦਾ ਕਿ ਬਹੁਤ ਜ਼ਿਆਦਾ ਜਗ੍ਹਾ 'ਤੇ ਫੈਲਿਆ ਹੋਣਾ, ਮਤਲਬ ਇਹ ਨਹੀਂ ਕਿ ਇੱਕ ਲੋਕੇਸ਼ਨ 'ਤੇ ਹੋਊਗਾ। ਜਿਓਗ੍ਰਾਫਿਕਲੀ ਮਤਲਬ ਏਰੀਆ ਦੇ ਬੇਸ 'ਤੇ ਕੀ ਹੋਊਗਾ ਕਿ ਜਿਹੜੀ ਸਿਕਿਉਰਿਟੀਜ਼ ਨੇ ਉਹ ਡਿਫਰੈਂਟ ਏਰੀਆ ਦੇ ਲੋਕ ਪਰਚੇਜ਼ ਕਰਨਗੇ ਥਰੂ ਆਊਟ ਦਾ ਕੰਟਰੀ। ਉਸ ਤੋਂ ਬਾਅਦ ਆ ਗਿਆ ਡਿਸਕਲੋਜ਼ਰ ਰਿਕੁਆਇਰਮੈਂਟ ਕੀ ਆ, ਜਦੋਂ ਵੀ ਤੁਸੀਂ ਅੰਡਰਰਾਈਟਿੰਗ ਐਗਰੀਮੈਂਟ ਕਰਨਾ ਹੈ ਤੁਸੀਂ ਆਪਣੇ ਜਿਹੜੇ ਪ੍ਰੋਸਪੈਕਟਸ ਉਹ 'ਚ ਡਿਸਕਲੋਜ਼ ਕਰਨਾ ਕਿ ਕਿਹੜਾ ਪਰਸਨ ਤੁਹਾਡਾ ਅੰਡਰਰਾਈਟਰ ਆ, ਤੁਹਾਡੇ ਜਿਹੜਾ ਮਤਲਬ ਡਾਇਰੈਕਟਰ ਆ ਉਹਦਾ ਉਸ ਅੰਡਰਰਾਈਟਰ ਦੇ ਪ੍ਰਤੀ ਕੀ ਓਪੀਨੀਅਨ ਆ, ਕਿੰਨੀ ਉਹਨੇ ਨੰਬਰ ਆਫ ਸ਼ੇਅਰ ਐਂਡ ਡਿਵੈਂਚਰ ਅੰਡਰਰਾਈਟ ਕੀਤੇ ਨੇ, ਕੀ ਉਹਦੀ ਅਮਾਊਂਟ ਦੀ ਓਬਲੀਗੇਸ਼ਨਸ ਉਹ ਸਾਰਾ ਉਹਨੇ ਕੀ ਕਰਨਾ ਆ ਡਿਸਕਲੋਜ਼ ਕਰਨਾ। ਉਸ ਤੋਂ ਬਾਅਦ ਆ ਗਿਆ ਡਿਸਕਲੋਜ਼ਰ ਆਫ ਸਮ ਪੇਬਲ, ਮਤਲਬ ਜਦੋਂ ਵੀ ਅਸੀਂ ਅੰਡਰਰਾਈਟ ਕਰਾਂਗੇ ਤਾਂ ਕਮਿਸ਼ਨ ਬ੍ਰੋਕਰੇਜ ਵਗੈਰਾ ਜੋ ਵੀ ਅਸੀਂ ਆਪਣੇ ਜਿਹੜਾ ਅੰਡਰਰਾਈਟਰ ਉਹਨੂੰ ਦੇਣਾ ਉਹ ਅਸੀਂ ਡਿਸਕਲੋਜ਼ ਕਰਨਾ ਬੈਲੈਂਸ ਸ਼ੀਟ ਦੇ ਵਿੱਚ ਅੰਡਰ ਇੰਟੈਂਜੀਬਲ ਐਸੈਟ ਐਜ਼ ਪਰ ਦਾ ਰਿਕੁਆਇਰਮੈਂਟ ਆਫ ਸ਼ਡਿਊਲ 3 ਦੇ ਅੰਡਰ। ਉਸ ਤੋਂ ਬਾਅਦ ਜਿੰਨਾ ਅਸੀਂ ਅੰਡਰਰਾਈਟਿੰਗ ਕਮਿਸ਼ਨ ਦੇਣਾ ਉਹਦੇ ਬਾਰੇ ਵੀ ਸਪੈਸੀਫਾਈ ਕਰਨਾ। ਅੰਡਰਰਾਈਟਿੰਗ ਕਮਿਸ਼ਨ ਮੋਸਟਲੀ ਸਪੈਸੀਫਾਈ ਕੀਤਾ ਜਾ ਚੁੱਕਿਆ ਆ ਕਿ ਇੰਨਾ ਅਸੀਂ ਕਮਿਸ਼ਨ ਮੈਕਸੀਮਮ ਦੇ ਸਕਦੇ ਹਾਂ, ਠੀਕ ਹੈ। ਪੇਮੈਂਟ ਆਫ ਅੰਡਰਰਾਈਟਿੰਗ ਕਮਿਸ਼ਨ ਆ ਜਿਹੜੀ ਉਹ ਕੰਪਨੀ ਇਜ਼ ਆਥੋਰਾਈਜ਼ਡ, ਮਤਲਬ ਕਿ ਕੰਪਨੀ ਜਿਹੜੀ ਅੰਡਰਰਾਈਟਿੰਗ ਦਾ ਕਮਿਸ਼ਨ ਦਊਗੀ, ਬਟ ਕੀ ਹੈ ਕੁਛ ਰਿਸਟ੍ਰਿਕਸ਼ਨਸ ਕੀ ਹੈ, ਮਤਲਬ ਕੰਡੀਸ਼ਨਸ ਜਿਹੜੇ ਫੁੱਲਫਿਲ ਹੋਣੇ ਜ਼ਰੂਰੀ ਅਗਰ ਉਹ ਅੰਡਰਰਾਈਟਿੰਗ ਕਮਿਸ਼ਨ ਦੇਣਾ ਚਾਹੁੰਦੀ ਹੈ ਤਾਂ। ਸਭ ਤੋਂ ਪਹਿਲਾਂ ਜਿਹੜਾ ਆਰਟੀਕਲ ਆਫ ਐਸੋਸੀਏਸ਼ਨ ਤੁਹਾਨੂੰ ਸਭ ਨੂੰ ਪਤਾ ਹੈ ਕੀ ਹੁੰਦਾ, ਉਹ ਜਿਹੜਾ ਆਰਟੀਕਲ ਆਫ ਐਸੋਸੀਏਸ਼ਨ ਆ, ਠੀਕ ਆ, ਉਹ ਕੰਪਨੀ ਨੂੰ ਆਥੋਰਾਈਜ਼ ਕਰੇ ਪੇਮੈਂਟ ਦੇ ਲਈ ਕਮਿਸ਼ਨ ਦੀ। ਫਿਰ ਰੇਟ ਆਫ ਕਮਿਸ਼ਨ ਆ ਜਿੰਨਾ ਸਬਸਕ੍ਰਾਈਬ ਕੀਤਾ ਗਿਆ ਆਰਟੀਕਲ ਆਫ ਐਸੋਸੀਏਸ਼ਨ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਅਤੇ ਜਿੰਨਾ ਸੈਬੀ ਦੇ ਦੁਆਰਾ ਲਾਓ ਉਹ ਤੋਂ ਵੀ ਜ਼ਿਆਦਾ ਨਹੀਂ ਹੋਣਾ ਚਾਹੀਦਾ। ਅਤੇ ਜਿੰਨਾ ਕਮਿਸ਼ਨ ਤੁਸੀਂ ਦੇਣਾ ਆ ਉਹ ਆਪਣੇ ਪ੍ਰੋਸਪੈਕਟਸ ਦੇ ਵਿੱਚ, ਜਾਂ ਜੇ ਅਸੀਂ ਪ੍ਰੋਸਪੈਕਟਸ ਇਸ਼ੂ ਨਹੀਂ ਕਰਦੇ ਤਾਂ ਇਨ ਸਟੇਟਮੈਂਟ ਇਨ ਲੀਗ ਆਫ ਪ੍ਰੋਸਪੈਕਟਸ ਇਸ਼ੂ ਹੁੰਦੀ ਹੈ ਉਹਦੇ ਵਿੱਚ ਡਿਸਕਲੋਜ਼ ਕਰਨਾ ਹੈ। ਨੰਬਰ ਆਫ ਸ਼ੇਅਰ ਐਂਡ ਡਿਵੈਂਚਰ ਜਿੰਨੇ ਨੇ ਅੰਡਰਰਾਈਟਰ, ਜਾਂ ਅਗਰ ਕਿਸੇ ਨੇ ਕੰਡੀਸ਼ਨਲ ਅੰਡਰਰਾਈਟਿੰਗ ਕੀਤੀ ਉਸ ਨੂੰ ਡਿਸਕਲੋਜ਼ ਕਰਨਾ ਹੈ। ਅੰਡਰਰਾਈਟਿੰਗ ਦਾ ਜਿਹੜਾ ਕੰਟਰੈਕਟ ਉਹਦੀ ਕਾਪੀ ਰਜਿਸਟਰਾਰ ਨੂੰ ਜਮ੍ਹਾਂ ਕਰਾਉਣੀ ਹੈ। ਅਤੇ ਕਮਿਸ਼ਨ ਇਜ਼ ਓਨਲੀ ਪੇਏਬਲ ਇਫ ਸ਼ੇਅਰ ਐਂਡ ਡਿਬੈਂਚਰ ਆਫਰ ਟੂ ਦਾ ਜਨਰਲ ਪਬਲਿਕ। ਕਮਿਸ਼ਨ ਸਿਰਫ ਤਾਂ ਪੇ ਹੋਊਗਾ ਅਗਰ ਤੁਸੀਂ ਸ਼ੇਅਰ ਅਤੇ ਡਿਵੈਂਚਰ ਇੱਕ ਜਨਰਲ ਪਬਲਿਕ ਨੂੰ ਇਸ਼ੂ ਕੀਤੇ। ਜੇ ਤੁਸੀਂ ਪ੍ਰਾਈਵੇਟ ਪਲੇਸਮੈਂਟ ਕਰ ਰਹੇ ਹੋ ਤਾਂ ਅੰਡਰਰਾਈਟਿੰਗ ਕਮਿਸ਼ਨ ਤੁਸੀਂ ਨਹੀਂ ਦੇ ਸਕਦੇ। ਅਤੇ ਇੱਕ ਇਹਦੇ 'ਚ ਇਹ ਪੁਆਇੰਟ ਲਿਖਿਆ ਕਿ ਜਿਹੜੀ ਸੈਬੀ ਆ ਉਹਦੀ ਗਾਈਡਲਾਈਨ ਦੇ ਮੁਤਾਬਿਕ ਅੰਡਰਰਾਈਟਿੰਗ ਕੰਪਲਸਰੀ ਨਹੀਂ, ਇਹ ਸਿਰਫ ਤੁਹਾਡੀ ਇੱਛਾ ਹੈ। ਅੰਡਰਰਾਈਟਿੰਗ ਅਸੀਂ ਕਰਾਉਂਦੇ ਹਾਂ ਕਿ ਉਹ 90% ਵਾਲੀ ਕੰਡੀਸ਼ਨ ਨੂੰ ਅਵੋਇਡ ਕਰਨ ਦੇ ਲਈ, ਠੀਕ ਹੈ। ਇਨ ਕੇਸ ਕੰਪਨੀ ਨੇ 90% ਸ਼ੇਅਰ ਰਿਸੀਵ ਨਹੀਂ ਕੀਤੇ ਤਾਂ 120 ਡੇਜ਼ ਹੁੰਦੇ ਆ ਓਪਨਿੰਗ ਆਫ ਇਸ਼ੂ ਤੋਂ, ਜਿਹੜਾ ਕੰਪਨੀ ਉਹਨੇ ਜਿੰਨੀ ਵੀ ਅਮਾਊਂਟ ਰਿਸੀਵ ਕੀਤੀ ਉਹਨੂੰ ਰਿਫੰਡ ਕਰਨ ਦੇ ਲਈ, ਠੀਕ ਆ। ਹੁਣ ਜਿਹੜਾ ਲੀਡ ਮੈਨੇਜਰ ਆ ਉਹ ਆਪਣੇ ਆਪ ਨੂੰ ਸੈਟਿਸਫਾਈ ਜ਼ਰੂਰ ਕਰ ਲਵੇ ਕਿ ਜਿਹੜਾ ਅੰਡਰਰਾਈਟਰ ਆ ਉਹਦੀ ਨੈਟਵਰਥ ਇੰਨੀ ਹੋਵੇ, ਨੈਟਵਰਥ ਮਤਲਬ ਕੈਪੀਟਲ, ਕਿ ਉਹ ਉਹਨਾਂ ਦੀ ਜਿਹੜੀ ਲਾਇਬਿਲਿਟੀ ਆ ਉਹਨੂੰ ਕੀ ਕਰ ਸਕੇ ਮੀਟ। ਫਿਰ ਅੰਡਰਰਾਈਟਿੰਗ ਐਗਰੀਮੈਂਟ ਆ ਜਿਹੜੇ ਉਹ ਸਟਾਕ ਐਕਸਚੇਂਜ 'ਚ ਸਬਮਿਟ ਹੋਣੇ ਜ਼ਰੂਰੀ ਹੈ। ਉਸ ਤੋਂ ਬਾਅਦ ਉਹਨਾਂ ਨੇ ਰੇਟ ਲਿਖੇ ਨੇ ਕਿ ਮੈਕਸੀਮਮ ਕਿੰਨਾ ਮਿਲ ਸਕਦਾ ਹੈ, ਉਹ ਤੁਸੀਂ ਆਪਣੇ ਰੀਡ ਕਰ ਲਿਓ। ਮੋਸਟਲੀ ਇਕੁਇਟੀ ਸ਼ੇਅਰ 'ਤੇ ਜੇ ਅੰਡਰਰਾਈਟਰ ਦੇ ਦੁਆਰਾ ਸ਼ੇਅਰ ਪਰਚੇਜ਼ ਕੀਤੇ ਗਏ ਤਾਂ 2.5%, ਅਗਰ ਪਬਲਿਕ ਦੇ ਦੁਆਰਾ ਕੀਤੇ 2.5 ਆ। ਅਗਰ ਤੁਹਾਡੇ ਕਨਵਰਟੇਬਲ ਸ਼ੇਅਰ ਦੇ ਡਿਬੈਂਚਰ ਨੇ ਤਾਂ 5 ਲੱਖ ਤੱਕ ਆ ਤਾਂ 2.5% ਆ, ਅਗਰ ਅੰਡਰਰਾਈਟਰ ਨੇ ਕੀਤੇ ਨੇ, ਅਗਰ ਪਬਲਿਕ ਨੇ ਕੀਤੇ ਤਾਂ 1.5% ਆ, ਅਗਰ 5 ਲੱਖ ਤੋਂ ਜ਼ਿਆਦਾ ਹੈ ਤਾਂ 2% ਅਤੇ 1%। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਜਾਂਦਾ ਬ੍ਰੋਕਰੇਜ ਅਤੇ ਫੀਸ ਆਫ ਮੈਨੇਜਰ ਟੂ ਦਾ ਇਸ਼ੂ। ਅਸੀਂ ਕਈ ਵਾਰ ਬ੍ਰੋਕਰ ਵੀ ਹਾਇਰ ਕਰ ਲੈਂਦੇ ਆਪਣੇ ਸ਼ੇਅਰਸ ਨੂੰ ਸੇਲ ਕਰਨ ਦੇ ਲਈ, ਤਾਂ ਅਸੀਂ ਬ੍ਰੋਕਰੇਜ ਵੀ ਪੇ ਕਰ ਸਕਦੇ ਹਾਂ, ਮੈਨੇਜਰਸ ਨੂੰ ਫੀਸ ਵੀ ਪੇ ਕਰ ਸਕਦੇ ਹਾਂ। ਬ੍ਰੋਕਰੇਜ ਕੀ ਹੈ, ਫਿਕਸ ਹੈ ਕਿ ਮੈਕਸੀਮਮ 1.5% ਦੇ ਸਕਦੇ ਹੋ ਹਰੇਕ ਟਾਈਪ ਆਫ ਸ਼ੇਅਰ 'ਤੇ। ਜਿਹੜੀ ਕੋਸਟ ਹੁੰਦੀ ਹੈ ਫਿਰ ਜਦ ਤੁਸੀਂ ਬ੍ਰੋਕਰੇਜ ਦੇ ਰਹੇ ਹੋ ਤਾਂ ਸਾਰਾ ਜਿਹੜੀ ਕੋਸਟ ਆ, ਮੇਲਿੰਗ ਕੋਸਟ ਵਗੈਰਾ ਜਾਂ ਹੋਰ ਜਿਹੜੇ ਖਰਚੇ ਨੇ ਸ਼ੇਅਰ ਨੂੰ ਇਸ਼ੂ ਕਰਨ ਦੇ ਰਿਗਾਰਡਿੰਗ, ਉਹ ਬ੍ਰੋਕਰ ਬੇਅਰ ਕਰਦਾ ਹੈ। ਅਤੇ ਅਗਰ ਲਿਸਟਡ ਕੰਪਨੀ ਆ ਉਹ ਹਮੇਸ਼ਾ ਪ੍ਰਾਈਵੇਟ ਪਲੇਸਮੈਂਟ 'ਤੇ ਕਿੰਨੀ ਪੇ ਕਰਦੀ ਹੈ ਬ੍ਰੋਕਰੇਜ 0.5%, ਜਦ ਕਿ ਅੰਡਰਰਾਈਟਿੰਗ ਦੇ ਵਿੱਚ ਪ੍ਰਾਈਵੇਟ ਪਲੇਸਮੈਂਟ 'ਤੇ ਕੋਈ ਵੀ ਕਮਿਸ਼ਨ ਅਲਾਉਡ ਨਹੀਂ ਸੀ, ਠੀਕ ਆ। ਅਗਰ ਬ੍ਰੋਕਰੇਜ ਆ ਜਿਹੜੀ ਉਹ ਪ੍ਰਮੋਟਰ ਕੋਟਾ ਦੇ ਵਿੱਚ ਕਿਸੇ ਨੇ ਸ਼ੇਅਰ ਪਰਚੇਜ਼ ਕੀਤੇ ਤਾਂ ਵੀ ਬ੍ਰੋਕਰੇਜ ਨਹੀਂ ਮਿਲਦੀ, ਠੀਕ ਆ। ਜਿਹੜੀ ਬ੍ਰੋਕਰੇਜ ਆ ਅਗਰ ਕਿਸੇ ਇੰਸਟੀਟਿਊਸ਼ਨਸ ਨੇ ਜਾਂ ਬੈਂਕ ਨੇ ਤੁਹਾਡੀ ਅੰਡਰਰਾਈਟਿੰਗ ਦੀ ਕਮਿਟਮੈਂਟ ਦਿੱਤੀ ਹੋਈ ਹੈ ਤਾਂ ਵੀ ਉਹ ਨਹੀਂ ਹੁੰਦੀ, ਠੀਕ ਆ। ਉਸ ਤੋਂ ਬਾਅਦ ਆ ਗਈ ਫੀਸ ਮੈਨੇਜਰ ਨੂੰ ਦੇ ਸਕਦੇ ਹਾਂ। ਮੈਨੇਜਰ ਜਿਹੜਾ ਉਸ ਤੁਹਾਡੇ ਇਸ਼ੂ ਨੂੰ ਮੈਨੇਜ ਕਰ ਰਿਹਾ ਉਹ 'ਚ ਕਿੰਨੀ ਹੁੰਦੀ, ਜੇ 5 ਕਰੋੜ ਤੱਕ ਦਾ ਇਸ਼ੂ ਆ ਤਾਂ 0.5%, ਅਗਰ 5 ਕਰੋੜ ਤੋਂ ਜ਼ਿਆਦਾ ਹੈ ਤਾਂ 0.2%। ਇਹ ਵੀ ਜਿਹੜਾ ਕਮਿਸ਼ਨ ਹੈ ਇਹਦੇ ਵਿੱਚ ਜਿਹੜੀ ਫੀਸ ਆ ਉਹਦੇ ਵਿੱਚ ਪ੍ਰਮੋਟਰ ਦੇ ਕੋਟੇ ਦੇ ਸ਼ੇਅਰ ਨਹੀਂ ਇਨਕਲੂਡ ਕੀਤੇ ਜਾਂਦੇ, ਜਾਂ ਰਾਈਟ ਸ਼ੇਅਰ ਇਨਕਲੂਡ ਨਹੀਂ ਕੀਤੇ ਜਾਂਦੇ, ਜਾਂ ਜਿਹੜੇ ਸ਼ੇਅਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਾਂ ਇਨਵੈਸਟਰਸ ਨੇ ਐਗਰੀ ਕੀਤਾ ਬਾਏ ਕਰਨ ਦੇ ਲਈ ਉਹ ਇਨਕਲੂਡ ਨਹੀਂ ਕੀਤੇ ਜਾਂਦੇ ਜਦੋਂ ਅਸੀਂ ਇਹ 0.5% ਜਾਂ 0.2% ਫੀਸ ਕੈਲਕੂਲੇਟ ਕਰਨੀ ਹੈ। ਉਸ ਤੋਂ ਬਾਅਦ ਇੱਕ ਲਾਸਟ ਥਿਓਰੀ ਦਾ ਟੌਪਿਕ ਆ
ਇਹ ਸਮਝ ਲਿਓ, ਕਿਉਂਕਿ ਕੱਲ੍ਹ ਤੋਂ ਆਪਾਂ ਪ੍ਰੈਕਟੀਕਲ ਕਰਾਂਗੇ। ਪ੍ਰੈਕਟੀਕਲ ਦੀਆਂ ਆਲਮੋਸਟ ਜਿਹੜੀ ਪਹਿਲੀਆਂ 2 ਜਾਂ 1 ਵੀਡੀਓ ਆਊਗੀ ਉਹ ਤੁਹਾਨੂੰ ਜਰਨਲ ਐਂਟਰੀਜ਼ 'ਤੇ ਆਊਗੀ, ਉਸ ਤੋਂ ਬਾਅਦ 2 ਮੈਂ ਸਾਨੂੰ ਕਰਵਾਵਾਂਗੇ। ਤਾਂ ਨੀਅਰ ਬਾਈ 2 ਤੋਂ 3 ਵੀਡੀਓਜ਼ ਹੋਰ ਆਉਣਗੀਆਂ ਅੰਡਰ ਰਾਈਟਿੰਗ ਅਤੇ ਪ੍ਰੈਕਟੀਕਲਸ ਦੇ ਰਿਗਾਰਡਿੰਗ। ਮਾਰਕਡ ਸ਼ੇਅਰ ਅਤੇ ਅਨਮਾਰਕਡ ਸ਼ੇਅਰ ਕੀ ਨੇ? ਹੁਣ ਮਾਰਕਡ ਅਤੇ ਅਨਮਾਰਕਡ ਐਪਲੀਕੇਸ਼ਨ ਦਾ ਮਤਲਬ ਕੀ ਆ ਕਿ ਕਈ ਵਾਰ ਜਿਹੜੀ ਕੰਪਨੀ ਆ ਉਹਦੇ ਸ਼ੇਅਰ 1 ਤੋਂ ਜ਼ਿਆਦਾ ਪਰਸਨ ਅੰਡਰ ਰਾਈਟ ਕਰਦੇ ਨੇ, ਲਿਖਿਆ ਹੋਇਆ ਯੂਜ਼ਲੀ ਕੰਪਨੀ ਦੇ ਸ਼ੇਅਰ ਅੰਡਰ ਰਾਈਟਰ ਹੈ ਜਿਹੜੇ ਉਹ 1 ਤੋਂ ਜ਼ਿਆਦਾ ਹੁੰਦੇ ਆ। ਤਾਂ ਸਾਨੂੰ ਕਿਵੇਂ ਪਤਾ ਲੱਗੂਗਾ ਵੀ ਇਹ ਸ਼ੇਅਰ ਕਿਹਨੇ ਸੈਲ ਕਰਨ 'ਚ ਹੈਲਪ ਕੀਤੀ ਹੈ? ਠੀਕ ਆ। ਤਾਂ ਇਸ ਕੇਸ ਦੇ ਵਿੱਚ ਕੀ ਹੁੰਦਾ ਕਿ ਅਸੀਂ ਮਾਰਕਡ ਅਤੇ ਅਨਮਾਰਕਡ ਸ਼ੇਅਰ ਫਾਈਂਡ ਆਊਟ ਕਰਦੇ ਹਾਂ। ਅਸੀਂ ਇਹ ਦੇਖਦੇ ਹਾਂ ਮਾਰਕਡ ਦਾ ਮਤਲਬ ਕਹਿੰਦੇ ਹਰੇਕ ਜਿਹੜਾ ਅੰਡਰ ਰਾਈਟਰ ਉਹਦੀ ਸਟੈਂਪ ਲੱਗੀ ਹੁੰਦੀ ਹੈ ਅਤੇ ਜਾਂ ਉਹਦਾ ਨਾਮ ਹੁੰਦਾ ਆ। ਜਿਸ ਵੀ ਪਰਸਨ ਨੇ ਜਿਹਦੀ ਵੀ ਰੈਫਰੈਂਸ ਨਾਲ ਪਰਚੇਜ਼ ਕੀਤਾ ਉਹ ਉਸ ਅੰਡਰ ਰਾਈਟਰ ਦਾ ਨਾਮ ਜਾਂ ਸਟੈਂਪ ਵਗੈਰਾ ਉਹ ਯੂਜ਼ ਕਰਦੇ ਨੇ। ਤਾਂ ਉਹ ਤੋਂ ਪਤਾ ਲੱਗ ਜਾਂਦਾ ਕਿ ਇਹ ਅੰਡਰ ਰਾਈਟਿੰਗ ਮਤਲਬ ਇਹ ਜਿਹੜੇ ਸ਼ੇਅਰ ਆ ਉਹ ਕਿਹਦੇ ਥਰੂ ਪਰਚੇਜ਼ ਕੀਤੇ ਗਏ ਨੇ। ਮੰਨ ਲਓ ਐਕਸ ਅਤੇ ਵਾਈ 2 ਨੇ, ਤਾਂ ਕੁਛ ਬੰਦੇ ਐਕਸ ਦੇ ਨਾਮ ਨਾਲ ਚੂਜ਼ ਕਰਨ, ਕੁਛ ਵਾਈ ਦੇ ਚੂਜ਼ ਕਰਨਗੇ। ਜਿਨ੍ਹਾਂ 'ਤੇ ਕੋਈ ਵੀ ਮਾਰਕ ਨਹੀਂ ਹੋਊਗਾ ਉਹਨੂੰ ਕਹਿੰਦੇ ਅਨਮਾਰਕਡ ਐਪਲੀਕੇਸ਼ਨ। ਠੀਕ ਆ। ਜਿਹੜੀਆਂ ਅਨਮਾਰਕਡ ਐਪਲੀਕੇਸ਼ਨਾਂ ਨੇ ਉਹ ਜਿੰਨੇ ਵੀ ਅੰਡਰ ਰਾਈਟਰ ਨੀਚੇ ਲਿਖਿਆ ਵੀ ਹੋਇਆ ਵਾ ਇਫ ਦ ਹੋਲ ਆ ਰਿਹਾ ਇੱਕ ਪੜ੍ਹ ਲਓ। ਚਲੋ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਇਫ ਦ ਹੋਲ ਆਫ ਦ ਸ਼ੇਅਰ ਇਜ਼ ਅੰਡਰ ਰਾਈਟ ਬਾਈ 1%, ਫਿਰ ਦਾ ਮਾਰਕਡ ਅਤੇ ਅਨਮਾਰਕਡ ਦਾ ਕੋਈ ਫਰਕ ਹੀ ਨਹੀਂ। ਠੀਕ ਆ। ਫਿਰ ਤਾਂ ਆਪਾਂ ਨੂੰ ਪਤਾ ਕਿ ਜਿਹੜੀਆਂ ਮਾਰਕਡ ਨੇ ਉਹਦੀਆਂ, ਜਿਹੜੀਆਂ ਅਨਮਾਰਕਡ ਉਹ ਵੀ ਉਹਨੂੰ ਹੀ ਦੇਣੀਆਂ ਨੇ, ਹੈ ਨਾ। ਕੋਈ ਕਮਿਸ਼ਨ ਤਾਂ ਉਹਨੂੰ ਸਾਰੇ ਹੀ ਮਿਲਣਾ, ਫਿਰ ਕੋਈ ਮਾਰਕਡ ਅਤੇ ਅਨਮਾਰਕਡ ਡਿਫਰੈਂਸ ਨਹੀਂ ਹੁੰਦਾ। ਅਗਰ 1 ਤੋਂ ਜ਼ਿਆਦਾ ਨੇ ਇਨ ਦੈਟ ਕੇਸ ਜਿਹੜੀਆਂ ਅਨਮਾਰਕਡ ਐਪਲੀਕੇਸ਼ਨਸ ਨੇ ਉਹ ਡਿਵਾਈਡ ਕੀਤੀਆਂ ਜਾਂਦੀਆਂ ਨੇ ਅੰਡਰ ਰਾਈਟਰ ਦੇ ਵਿੱਚ ਇਨ ਗ੍ਰੋਸ ਲਾਇਬਿਲਿਟੀ ਰੇਸ਼ੋ। ਇਹ ਯਾਦ ਰੱਖਣਾ ਹੈ ਕਿ ਜਿੰਨੀ ਉਹਨਾਂ ਦੀ ਗ੍ਰੋਸ ਲਾਇਬਿਲਿਟੀ ਹੋਊਗੀ ਉਸ ਰੇਸ਼ੋ ਦੇ ਵਿੱਚ ਅਨਮਾਰਕਡ ਐਪਲੀਕੇਸ਼ਨ ਅੰਡਰ ਰਾਈਟਰ ਦੇ ਵਿੱਚ ਕੀ ਹੁੰਦੀਆਂ ਨੇ ਡਿਵਾਈਡ। ਠੀਕ ਆ। ਓਬਵੀਅਸਲੀ ਹਰੇਕ ਪਰਸਨ ਨੇ ਮੰਨ ਲਓ 5 ਲੱਖ ਦੇ ਸ਼ੇਅਰ ਉਹ ਅੰਡਰ ਰਾਈਟ ਕਰਾ ਰਿਹਾ। ਇੱਕ ਬੰਦੇ ਨੇ 1 ਲੱਖ ਦੀ ਅੰਡਰ ਰਾਈਟਿੰਗ ਦੀ ਗਰੰਟੀ ਲੈ ਲਈ, ਇੱਕ ਨੇ 2 ਦੀ ਲੈ ਲਈ, ਇੱਕ ਨੇ 3 ਦੀ ਲੈ ਲਈ। ਜਿਹਨੇ 1 ਲੱਖ ਦੀ ਲਈ ਆ ਉਹ 90,000 ਮਿਨੀਮਮ ਸਬਸਕ੍ਰਿਪਸ਼ਨ ਦੀ ਗਰੰਟੀ ਦਿੰਦਾ ਹੈ ਨਾ। ਅਗਰ ਰੈਸਟ ਆਫ ਸ਼ੇਅਰ ਨਹੀਂ ਪਰਚੇਜ਼ ਕੀਤੇ ਜਾਂਦੇ ਤਾਂ ਉਹ ਨਹੀਂ ਪਰਚੇਜ਼ ਕਰਨ ਲਈ ਲਾਇਬਲ ਹੈ। ਜਿਹੜੇ ਸ਼ੇਅਰ ਦੇ ਲਈ ਉਹ ਐਫਰਟ ਕਰ ਰਿਹਾ ਉਹ ਐਫਰਟ ਕਿਸੇ ਹੋਰ ਕੋਲ ਕਿਉਂ ਜਾਣ? ਇਸ ਲਈ ਮਾਰਕਡ ਐਪਲੀਕੇਸ਼ਨਾਂ 'ਚ ਅਸੀਂ ਦੇਖ ਲੈਂਦੇ ਕਿ ਐਕਸ ਦੀਆਂ ਕਿੰਨੀਆਂ ਆਈਆਂ, ਵਾਈ ਦੇ ਥਰੂ ਕਿੰਨੀਆਂ ਆਈਆਂ, ਉਹਨਾਂ ਨੂੰ ਅੱਡ ਕੱਢ ਦਿੰਦੇ ਹਾਂ। ਜਿਹੜੀਆਂ ਅਨਮਾਰਕਡ ਨੇ ਉਹ ਸਾਨੂੰ ਪਤਾ ਨਹੀਂ ਕਿਹਦੇ ਥਰੂ ਆਈਆਂ। ਉਹ ਅਨਮਾਰਕਡ ਐਪਲੀਕੇਸ਼ਨਾਂ ਦੋਨਾਂ ਪਰਸਨਸ ਦੀ ਗ੍ਰੋਸ ਲਾਇਬਿਲਿਟੀ ਦੇ ਰੇਸ਼ੋ ਦੇ ਵਿੱਚ ਕੀ ਹੁੰਦੀਆਂ ਨੇ ਡਿਵਾਈਡ। ਗ੍ਰੋਸ ਲਾਇਬਿਲਿਟੀ ਕੀ ਆ ਜਾਂ ਇਹਦੀਆਂ ਐਂਟਰੀਆਂ ਕਿਵੇਂ ਪੈਣੀਆਂ ਉਹ ਆਪਾਂ ਕੱਲ੍ਹ ਕਰਾਂਗੇ। ਅਤੇ ਜੇ ਸੈਸ਼ਨ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ। ਥੈਂਕ ਯੂ।